पंच परवान पंच प्रधान, पंचे पावे दरगाह मान। पंचे सोहे दर राजान, पंचा का गुर एक ध्यान। जे को कहे करे विचार, करते कै करण नाही सुमार। धौल धर्म दया का पूत, संतोख थाप रखिया जिन सूत। जे को बुझै होवै सचियार, धवलै उपर केता भार। धरती होर परै होर होर, तिस ते भार तलै कवन जोर। जी जात रंगा के नाम, सबना लिखिया बड़ी कलाम। ए लेखा लिख जाने कोए, लेखा लिखिया केता होए। केता तान सवालियों रूप, केती दात जाने कौन कूत। कीता पसाओ एको कुवाओ, तिस ते होए लख दरियाओ। कुदरत कवन कहाँ विचार, वारिया न जावा एक वार। जो तुद भावै साई भली कार, तू सदा सलामत निरंकार। जो तुद भावै साई भली कार, तू सदा सलामत निरंकार। दशमेश पातशाह श्री गुरु गोबिंद सिंह साहिब सच्चे पातशाह जी ਦੀ पावन रूहानीयत ਦੇ ਨਾਲ ਭਰੀ ਹੋਈ ਗੁਰੂ ਫਤਿਹ ਨਾਲ ਸਾਂਝ ਪਾ ਕੇ ਆਓ ਜੀ ਅਸੀਂ ਸਾਰੇ ਆਪਣੀਆਂ ਹਾਜ਼ਰੀਆਂ ਕੁੱਲ ਕਾਇਨਾਤ ਦੇ ਮਾਲਕ श्री गुरु ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ 'ਚ ਲਵਾਈਏ। ਪਿਆਰ ਅਦਬ ਸ਼ਰਧਾ ਨਾਲ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਉੱਤੇ ਮਾਲਕ ਨੇ ਬਹੁਤ ਕਿਰਪਾ ਕੀਤੀ ਹੈ ਕਿ ਰੋਜ਼ਾਨਾ ਹੀ ਅਸੀਂ ਜੁਗੋ ਜੁਗ ਅਟਲ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਜਪਜੀ ਸਾਹਿਬ ਦੇ ਨਾਲ ਜੁੜਦੇ ਹਾਂ। ਅਤੇ ਅੱਜ ਜਪਜੀ ਸਾਹਿਬ ਦੀ ਸਾਡੇ ਕੋਲ 16ਵੀਂ ਪੌੜੀ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਸ਼ੁਕਰ ਹੈ ਕਿ ਸਤਿਗੁਰੂ ਨੇ ਹੁਣ ਤੱਕ ਆਪਣੀ ਮਹਾਨ ਸੇਵਾ ਆਪਣੀ ਕੌਮ ਦੀ ਲਈ ਹੈ ਕਿ ਅਸੀਂ ਆਪਣੀ ਕੌਮ ਨੂੰ ਸਹੀ ਸੇਧ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਦੀਆਂ ਵਿਚਾਰਾਂ ਨੂੰ ਆਪ ਸਭਨਾਂ ਦੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਇਸ ਪਾਵਨ ਪੌੜੀ ਤੋਂ ਇੱਕ ਵੱਖਰੇ ਚੈਪਟਰ ਦੀ ਆਰੰਭਤਾ ਕਰਦੇ ਨੇ, ਜਿਹੜਾ ਚੈਪਟਰ ਹੈ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਗੁਰੂ ਨਾਨਕ ਸਾਹਿਬ ਦਾ ਜਿਹੜਾ ਸਿੱਖ ਹੈ ਨਾ, ਉਹ ਪਰਮਾਤਮਾ ਦੇ ਧੰਨਵਾਦ ਦੇ ਵਿੱਚ, ਉਹਦੇ ਸ਼ੁਕਰਾਨੇ ਦੇ ਵਿੱਚ ਹਮੇਸ਼ਾ ਹੱਥ ਜੋੜ ਕੇ ਖੜਾ ਰਹਿੰਦਾ ਹੈ ਅਤੇ ਕਦੇ ਵੀ ਪਰਮਾਤਮਾ ਦੇ ਬਣਾਏ ਹੋਏ ਨਿਯਮ ਦੇ ਉਲਟ ਚੱਲਣ ਦੀ ਉਹ ਕੋਸ਼ਿਸ਼ ਨਹੀਂ ਕਰਦਾ ਹੈ ਅਤੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜੀ ਰਹਿ ਕੇ ਉਹਦਾ ਸ਼ੁਕਰਾਨਾ ਹੀ ਹਮੇਸ਼ਾ ਕਰਦਾ ਰਹਿੰਦਾ ਹੈ, ਕਿਉਂਕਿ ਉਹਨੂੰ ਇਸ ਗੱਲ ਦੀ ਸਮਝ ਲੱਗ ਚੁੱਕੀ ਹੁੰਦੀ ਹੈ ਕਿ ਸ਼ੁਕਰਾਨੇ ਦੇ ਵਿੱਚ ਸਾਰੀਆਂ ਖੁਸ਼ੀਆਂ ਨੇ। ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੋ ਤੁਧ ਭਾਵੈ, ਹੇ ਪਰਮਾਤਮਾ ਜੋ ਤੈਨੂੰ ਚੰਗਾ ਲੱਗੇ, ਸਾਈ ਭਲੀ ਕਾਰ, ਹੇ ਵਾਹਿਗੁਰੂ ਜੀ ਉਹੀ ਕੰਮ ਚੰਗਾ ਹੈ। ਜੋ ਤੂੰ ਕੰਮ ਚੰਗਾ ਕਰ ਰਿਹਾ ਨਾ, ਜੋ ਤੂੰ ਕੰਮ ਕਰ ਰਿਹਾ ਨਾ ਵਾਹਿਗੁਰੂ, ਅਸਲ ਦੇ ਵਿੱਚ ਉਹ ਚੰਗਾ ਹੈ। ਅਸੀਂ ਜਿਹੜੇ ਭੁੱਲਣਹਾਰ ਜੀਵ ਹਾਂ, ਸਾਨੂੰ ਕਈ ਵਾਰ ਮਾੜਾ ਲੱਗਣ ਲੱਗ ਪੈਂਦਾ ਹੈ, ਪਰ ਤੇਰੇ ਕੀਤੇ ਦੇ ਵਿੱਚ ਹੀ ਸਾਡਾ ਗਰੀਬਾਂ ਦਾ ਭਲਾ ਹੁੰਦਾ ਹੈ। ਇਹ ਸਾਨੂੰ ਬਾਅਦ ਵਿੱਚ ਜਾ ਕੇ ਸਮਝ ਲੱਗਦੀ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਹੇ ਪਰਮਾਤਮਾ ਤੂੰ ਕਦੇ ਗਲਤ ਨਹੀਂ ਕਰ ਸਕਦਾ, ਤੂੰ ਨਿਰਆਕਾਰ ਹੈ ਵਾਹਿਗੁਰੂ ਜੀ, ਤੂੰ ਸਦਾ ਰਹਿਣ ਵਾਲਾ ਹੈ, ਹਮੇਸ਼ਾ ਰਹਿਣ ਵਾਲਾ ਹੈ। ਅਸੀਂ ਜੀਵ ਤਾਂ ਆਉਣੇ ਜਾਂਦੇ ਰਹਿੰਦੇ ਹਾਂ, ਪਰ ਤੇਰੀ ਇਹ ਬਣਾਈ ਹੋਈ ਜਿਹੜੀ ਕੁਦਰਤ ਹੈ ਉਹਨੂੰ ਤੇਰੇ ਬਣਾਏ ਹੋਏ ਨਿਯਮ ਚਲਾ ਰਹੇ ਨੇ। ਇਸ ਕਰਕੇ ਨਾ ਤੂੰ ਗਲਤ ਹੋ ਸਕਦਾ ਵਾਹਿਗੁਰੂ, ਅਤੇ ਨਾ ਤੇਰੇ ਬਣਾਏ ਹੋਏ ਨਿਯਮ ਜਿਹੜੇ ਹੈ ਉਹ ਗਲਤ ਹੋ ਸਕਦੇ ਹੈ। ਰੱਬ ਦੇ ਚਰਨਾਂ ਵਿੱਚ ਸ਼ੁਕਰਾਨਾ ਉਹੀ ਕਰਦਾ ਹੈ ਜਿਹੜਾ ਸਭ ਤੋਂ ਪਹਿਲਾਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਇਹ ਕਹੇ ਕਿ ਪਰਮਾਤਮਾ ਮੈਨੂੰ ਤੇਰੇ ਤੇ 100% ਨਹੀਂ, ਦੁਨੀਆ ਦੀ ਗਿਣਤੀ ਖਤਮ ਹੋ ਜਾਏਗੀ, ਮੈਨੂੰ ਤੇਰੇ ਤੇ ਇੰਨਾ ਵਿਸ਼ਵਾਸ ਹੈ, ਇੰਨਾ ਜ਼ਿਆਦਾ ਤੇਰੇ ਤੇ ਭਰੋਸਾ ਹੈ ਅਤੇ ਮੈਨੂੰ ਪਤਾ ਹੈ
कि तेरे भरोसे दे विच कदे गलत हो ही नहीं सकता। जो तुसीं कहने हो मालक जी वो हमेशा सही हुंदा है ते सच हुंदा है। ते गुरु दियां सिखां ने अपना जीवन भी इसे लई गुरु दे दाऽ ते लगा दिता सी और उन्हां गुरु दियां सिखां नूं ही आख्या गया है पंच प्रवान पंच प्रधान। पंच जिन्हां ने सुनिया, जिन्हां ने मन्निया, जिन्हां ने अपने जीवन दे विच नाम नूं समझ लिया, जिन्हां ने नाम की कीमत नूं समझ लिया, जिन्हां ने परमात्मा की होंद नूं सही मायने च अपने दिल च वसा लिया, एक्सेप्ट कर लिया कि जरे जरे दे विच परमात्मा वसदा है। जिन्हां नूं समझ लग गई जरे जरे दे विच वाहिगुरू है, सबना जीआं दे विच परमात्मा है। किते किते इंसान ओदी होंद नूं ना समझ के आसे पासे जा सकदा है, पर हे मेरे मालिक सबना नूं पैदा तूं आप ही कीता है, सबना दी होंद तेरे तो ही पैदा हुई है। बहुत वार इंसान अपनी हौमे अपनी हंकार विच आके रब तो दूर जाण दा भी यतन करदा है, पर हुंदा की है जिवें सियाणे कहंदे ने कि मच्छी पत्थर चट के फिर वापस मुड़दी है। आखिरकार बंदे नूं हार मननी पैंदी है ते रब दी होंद नूं स्वीकार करना पैंदा है। चाहे इंसान कुछ भी समझ लए पर बंदे नूं झुकना पैंदा है परमात्मा दे मूहरे, क्योंकि रब तो वड्डा होर कोई भी नहीं, परमात्मा तो वड्डा होर कोई भी नहीं। दुनिया विच बहुत वड्डे वड्डे तर्कशील होए ने जिन्हां ने कहण दी कोशिश कीती है कि कुदरत ही रब है ते रब दे नाम दी कोई चीज़ नहीं, मादा ही परमात्मा है। परमात्मा ने कुछ नहीं पैदा किया क्योंकि परमात्मा है ही नहीं, सब कुछ मादे तो बनया। पर जदों ये सवाल किया जाए मादा किद्दां बनया तो उन्हां दे कोल कोई जवाब नहीं हुंदा। एक अंग्रेज़ फिलोसफर का बड़ा प्यारा कथन है, वो कहंदा परमात्मा ते परमात्मा की कुदरत नूं समझना इस तरह है जिवें एक डब्बा होवे ते जिहदे चारे पासे जिहड़े है वो खाली होण, ਉਹਦਾ कोई भी दरवाजा ना होवे, कोई भी ਉਹਦਾ पासा ना होवे, कोई भी दीवार ना होवे। कहंदा परमात्मा ते परमात्मा की कुदरत इस तरह की है, कोई रोक टोक नहीं, कोई दीवार नहीं है, ਉਹਨੂੰ ਸਮਝਿਆ नहीं जा सकता। साडी बुद्धि दीयां कुछ दीवारां ने जिन्हां विच असीं सूंगड़ चुके हैं, पर परमात्मा बहुत महान है। रब उत्ते तर्क करना बंद कर दिओ, परमात्मा ते तर्क करना बंद कर दिओ। अज तक किसी इंसान ने स्वाद नूं स्पष्ट नहीं किया कि स्वाद की शक्ल किदां दी हुंदी है। असीं रब उत्ते तर्क करना शुरू कर दिंदे हां कि रब की है। गुरु नानक साहब कहंदे जिस बंदे का विश्वास इन्ना मालक उत्ते हो जाता है उन्होंने कहंदे ने पंच। पंच जिन्हां ने परमात्मा के नाम नूं सही माने च सुन के मन के अपने जीवन में वसा लिया ते अपने जीवन नूं गुरबाणी के मुताबिक ढालना शुरू कर दिता, उन्होंने पंच कहते हैं। पंच शब्द कदे भी किसी संत साध लई नहीं वरतिया गया, एवें इहदे गलत अर्थ ना कढ़िया करो, ये मेरी तुहानूं बेनती है। पंच प्रवान उही रब दे चरनां विच प्रवान हुंदे ने, कबूल हुंदे ने, जिन्हां ने परमात्मा के चरनां दे विच अपना जीवन समर्पण कर दिता होवे, जिन्हों आपां शहीद कहने आ ना। शहीद रब्बी रस्ते उत्ते तुर के, सच दे रस्ते उत्ते तुर के जिहड़ा शहादत प्राप्त कर जावे उन्होंने शहीद कहंदे। ते भाई गुरदास साहब ने कहा मुर्दा होए मुरीद ना गल्ली होवना। असल विच शहीद की है? गुरु दा सिख जिहड़ा जिउंदियां जी अपना जीवन सतगुरु नूं सौंप चुका हुंदा है ते कह चुका हुंदा है सतगुरु तैनूं कल्ला मत्था ही नहीं टेकदे, असल दे विच मत्था टेकन दे वक्त असीं तैनूं अपना ये जिहड़ा सारा जीवन है ये दे चुके हुंदे आ। वो पंच है, वो वाहिगुरू के चरनां 'च प्रवान चढ़ते हैं। पंच प्रधान ते ओही परमात्मा के चरनां दे विच प्रवानगी लैके पर संसार की जिहड़ी है वो रखवाली करन दे योग हुंदे ने, दुनिया के आगू बनते हैं। जे दुनिया नूं चंगी कोई सेध दे सकदा है तो उही दे सकदा है जिहड़ा रब जी दे पावन चरनां 'च कबूल हो चुका है ते जिहदा जीवन आप साफ सुथरा है, ते जिहदा जीवन आप ही बहुत माड़ा है, कुचील है, गंदा है, वो तो अपने जीवन नूं नहीं सही कर सकता, वो तुहानूं किद्दां सही सिक्ख्या दे सकदा है। पंचे पावें दरगाह मान, वो पंच जां नहीं परमात्मा की दरगाह दे विच मान प्राप्त करते हैं। दरगाह की है जी? रब दी, सारा संसार, सारी दुनिया। भाव की है कि रब की निगाह दे विच वो रब दे प्यारे कबूल चढ़ जाते हैं। पंचे सोहे दर राजान, राजियां दे महलों दे विच भी उन्हां दी रिस्पैक्ट की जाती है। इहदा मतलब बड़ा समझण वाला है, ध्यान दे नाल। राजे गलत हो सकते हैं, राजियां दे सलाहकार भी गलत हो सकते हैं, पर सही मायने दे विच राजा है अकाल पुरख वाहिगुरू, खुद प्रभु परमात्मा। राजा है सतगुरु जिहदे कोल सच्चा धन है, जिहदे कोल नाम की दौलत है, तो वह नाम की दौलत अपने सेवकां नूं अगाह दिंदा है।
ਤੇ ਜੇ ਦੁਨਿਆਵੀ ਤੌਰ ਤੇ ਵੀ ਆਪਾਂ ਵੇਖੀਏ, ਜਿਹੜੇ ਆ ਰਾਜੇ ਨੇ, ਰਾਜੇ ਦਾ ਮਤਲਬ ਹੁੰਦਾ ਰੱਜਾ ਹੋਇਆ, ਜਿਹੜੇ ਰਾਜੇ ਨੇ ਦੁਨੀਆ ਦੇ ਵਿੱਚ ਹੋਏ, ਜਿਨ੍ਹਾਂ ਨੇ ਹਕੂਮਤ ਕੀਤੀ ਸੰਸਾਰ 'ਚ, ਸਤਿਗੁਰੂ ਜੀ ਕਹਿੰਦੇ ਸਹੀ ਮਾਇਨੇ 'ਚ ਪੰਚੇ ਪਾਵੇਂ ਦਰ ਰਾਜਾਨ, ਰਾਜਿਆਂ ਦੇ ਦਰ ਦੇ ਉੱਤੇ ਵੀ ਅਸਲ 'ਚ ਉਹੀ ਇੱਜ਼ਤਵਾਨ ਮੰਨੇ ਜਾਂਦੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਦਰ ਤੋਂ ਸਹੀ ਮਾਇਨੇ 'ਚ ਰਿਸਪੈਕਟ ਮਿਲ ਗਈ, ਸਤਿਕਾਰ ਮਿਲ ਗਿਆ, ਅਦਬ ਮਿਲ ਗਿਆ। ਇਹਦਾ ਮਤਲਬ ਇਹ ਹੈ ਕਿ ਦੁਨੀਆ ਦੀ ਸਾਰੀ ਦੌਲਤ ਉਹਨਾਂ ਦੇ ਚਰਨਾਂ 'ਤੇ ਝੁਕ ਜਾਂਦੀ ਹੈ। ਵੱਡੇ ਵੱਡੇ ਰਾਜੇ ਵੀ ਉਹਨਾਂ ਦੇ ਚਰਨਾਂ 'ਤੇ ਝੁਕ ਜਾਂਦੇ ਨੇ, ਵੱਡੇ ਵੱਡੇ ਬਾਦਸ਼ਾਹ ਵੀ ਉਹਨਾਂ ਦੇ ਚਰਨਾਂ 'ਤੇ ਝੁਕ ਜਾਂਦੇ ਨੇ, ਜਿਨ੍ਹਾਂ ਦੇ ਅੰਦਰ ਨਾਮ ਹੈ, ਜਿਨ੍ਹਾਂ ਦੇ ਅੰਦਰ ਬੰਦਗੀ ਹੈ। ਸਾਈਂ ਮੀਆਂ ਮੀਰ ਵਰਗੇ ਗੁਰਮੁਖ ਪਿਆਰੇ ਦੇਖੋ, ਜਿਨ੍ਹਾਂ ਨੂੰ ਸਤਿਗੁਰੂ ਨੇ ਇੰਨਾ ਮਾਣ ਸਤਿਕਾਰ ਦਿੱਤਾ ਕਿ ਦਰਬਾਰ ਸਾਹਿਬ ਦਾ ਨੀਂਹ ਪੱਥਰ ਵੀ ਉਹਨਾਂ ਦੇ ਕੋਲੋਂ ਸਤਿਗੁਰੂ ਨੇ ਰਖਵਾਇਆ। ਤੇ ਕਿਹਾ ਜਾਂਦਾ ਹੈ ਕਿ ਜਹਾਂਗੀਰ ਵਰਗਾ ਬਾਦਸ਼ਾਹ ਵੀ ਉਹਨਾਂ ਨੂੰ ਜਾ ਕੇ ਅਦਬ ਕਰਦਾ ਹੁੰਦਾ ਸੀ, ਸਲਾਮ ਕਰਦਾ ਹੁੰਦਾ ਸੀ। ਜੇ ਤੁਹਾਡੇ ਕੋਲ ਨਾਮ ਦੀ ਦੌਲਤ ਹੈ, ਤੁਹਾਡੇ ਕੋਲ ਸਤਿਕਾਰ ਹੈ, ਪਿਆਰ ਹੈ, ਜੇ ਤੁਸੀਂ ਚੰਗੇ ਜੀਵਨ ਵਾਲੇ ਹੋ, ਤੇ ਵੱਡੇ ਵੱਡੇ ਬਾਦਸ਼ਾਹ ਵੀ ਤੁਹਾਨੂੰ ਵਿਸ਼ੇਸ਼ ਤੌਰ ਤੇ ਮਾਣ ਦਿੰਦੇ ਨੇ, ਸਤਿਕਾਰ ਦਿੰਦੇ ਨੇ। ਮੈਂ ਇੱਥੇ ਕਹਿ ਦੇਵਾਂ ਕਿ ਜਦੋਂ ਬਹਾਦਰ ਸ਼ਾਹ ਬਾਦਸ਼ਾਹ ਬਣਿਆ ਨਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਘੋੜੇ ਉੱਤੇ ਚੜ੍ਹ ਕੇ ਉਹਦੇ ਦਰਬਾਰ ਵਿੱਚ ਗਏ ਸੀ, ਜਿਹੜਾ ਕਿ ਅਲਾਉਡ ਨਹੀਂ ਸੀ, ਪਰ ਸਤਿਗੁਰੂ ਗਏ। ਤੇ ਜਦੋਂ ਸਤਿਗੁਰੂ ਜੀ ਗਏ, ਬਹਾਦਰ ਸ਼ਾਹ ਆਪ ਉੱਠ ਕੇ ਖੜਾ ਹੋ ਗਿਆ, ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਮੈਂ ਤਾਂ ਇੱਕ ਨਾਮ ਦਾ ਬਾਦਸ਼ਾਹ ਹਾਂ, ਇਹ ਤਾਂ ਜੁਗੋ ਜੁਗਾ ਟਲ ਬਾਦਸ਼ਾਹ ਨੇ, ਕਲਗੀਧਰ ਸੱਚੇ ਪਾਤਸ਼ਾਹ। ਪੰਚਾਂ ਕਾ ਗੁਰ ਏਕ ਧਿਆਨ, ਇਹ ਮਾਣ ਸਤਿਕਾਰ ਉਹਨਾਂ ਨੂੰ ਕਿਉਂ ਮਿਲਦਾ ਹੈ? ਕਿਉਂਕਿ ਉਹਨਾਂ ਦੀ ਜਿਹੜੀ ਸੁਰਤ ਹੁੰਦੀ ਹੈ ਨਾ, ਉਹ ਕੇਵਲ ਆਪਣੇ ਗੁਰੂ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਉਹ ਆਪਣੀ ਸੁਰਤੀ ਨੂੰ ਖਿਡਾਉਂਦੇ ਨਹੀਂ, ਇੱਧਰ ਉੱਧਰ ਨਹੀਂ ਕਰਦੇ। ਉਹਨਾਂ ਦੀ ਸੁਰਤ ਦਾ ਜਿਹੜਾ ਕੇਂਦਰ ਹੁੰਦਾ ਹੈ ਨਾ, ਉਹ ਹਮੇਸ਼ਾ ਸਤਿਗੁਰੂ ਦੇ ਚਰਨ ਹੁੰਦੇ ਨੇ। ਤੇ ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਨੇ ਅੱਗੇ ਜੀ? ਪੰਚਾਂ ਕਾ ਗੁਰ ਏਕ ਧਿਆਨ, ਜਿੱਥੇ ਉਹਨਾਂ ਰੱਬ ਦੇ ਪਿਆਰਿਆਂ ਦਾ ਧਿਆਨ ਆਪਣੇ ਗੁਰੂ ਦੇ ਚਰਨ ਕਮਲਾਂ ਦੇ ਵਿੱਚ ਰਹਿੰਦਾ ਹੈ, ਉਹਨਾਂ ਦੀ ਸੁਰਤੀ ਦਾ ਟਿਕਾਣਾ ਕੇਵਲ ਤੇ ਕੇਵਲ ਸਤਿਗੁਰੂ ਰਹਿੰਦਾ ਹੈ। ਫਿਰ ਜੇ ਕੋ ਕਹੇ ਕਰੇ ਵਿਚਾਰ, ਹੁਣ ਸਤਿਗੁਰੂ ਇੱਥੇ ਇਦਾਂ ਲੱਗਦਾ ਜਿਵੇਂ ਇੱਕ ਟੌਪਿਕ ਸਮਾਪਤ ਕਰਕੇ ਤੇ ਦੂਸਰੇ ਟੌਪਿਕ ਦੀ ਸਤਿਗੁਰੂ ਜੀ ਸ਼ੁਰੂਆਤ ਕਰ ਰਹੇ ਨੇ। ਹੁਣ ਗੁਰੂ ਨਾਨਕ ਸਾਹਿਬ ਜੀ ਇੱਥੇ ਕੀ ਕਹਿੰਦੇ ਨੇ ਕਿ ਰੱਬ ਨੂੰ ਪਾਉਣ ਤੋਂ ਬਾਅਦ, ਰੱਬ ਦੇ ਵਿੱਚ ਸਮਾਈ ਤੋਂ ਬਾਅਦ, ਜੇਕਰ ਕੋਈ ਇਨਸਾਨ ਕਹੇ ਕਿ ਮੈਂ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਦਾ ਲੇਖਾ ਲਿਖ ਲਵਾਂ, ਭਾਵ ਕਿ ਉਹਦਾ ਅੰਤ ਪਾ ਲਵਾਂ, ਉਹਨੂੰ ਕਿਸੇ ਲਿਖਤ ਦੇ ਵਿੱਚ ਲੈ ਆਵਾਂ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਲੱਖ ਵਾਰੀ ਜੇਕਰ ਕੋਈ ਕਹੇ ਤੇ ਕੋਈ ਵਿਚਾਰ ਵੀ ਕਰੇ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਪਰ ਪਰਮਾਤਮਾ ਦੀ ਬਣਾਈ ਹੋਈ ਇਸ ਕੁਦਰਤ ਦਾ ਕੋਈ ਇਨਸਾਨ ਅੰਤ ਨਹੀਂ ਪਾ ਸਕਦਾ, ਕਿਉਂਕਿ ਉਹਦੀ ਕੁਦਰਤ ਬੇਅੰਤ ਹੈ। ਜਿਵੇਂ ਉਹ ਆਪ ਬੇਅੰਤ ਹੈ ਨਾ, ਮਾਲਕ ਜੀ ਕਹਿੰਦੇ ਨੇ, ਤਿਵੇਂ ਉਸ ਮਾਲਕ ਦੀ ਕੁਦਰਤ ਵੀ ਬਹੁਤ ਬੇਅੰਤ ਹੈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ ਨਾਲ ਦੀ ਨਾਲ ਇੱਕ ਬਹੁਤ ਵੱਡੇ ਧਾਰਮਿਕ ਭਰਮ ਦੀ ਖੰਡਨਾ ਵੀ ਕੀਤੀ ਹੈ, ਕਿਉਂਕਿ ਮੈਂ ਸ਼ੁਰੂਆਤ ਦੀ ਗੱਲ ਨੂੰ ਨਾਲ ਹੀ ਅਟੈਚ ਕਰਾਂ ਕਿ ਰੱਬ ਦੇ ਪਿਆਰੇ, ਰੱਬ ਦੇ ਭਗਤ ਜਦੋਂ ਪਰਮਾਤਮਾ ਨੂੰ ਪਾ ਲੈਂਦੇ ਨੇ ਨਾ, ਤੇ ਉਹ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਵਾਲੀ ਗੱਲ ਹੋ ਜਾਂਦੀ ਹੈ। ਪਰ ਜਿਹੜੇ ਕੁਝ ਅਖੌਤੀ ਧਰਮੀ ਨੇ, ਉਹਨਾਂ ਨੇ ਨਾਲ ਦੀ ਨਾਲ ਕੁਝ ਵਹਿਮ ਵੀ ਸਾਡੇ ਵਿੱਚ ਪੈਦਾ ਕੀਤੇ ਨੇ, ਜਿਨ੍ਹਾਂ ਵਹਿਮਾਂ ਦੇ ਆਧਾਰ ਦੇ ਉੱਤੇ ਅਸੀਂ ਰੱਬ ਤੋਂ ਬਹੁਤ ਦੂਰ ਹੋ ਗਏ ਤੇ ਉਹਨਾਂ ਅਖੌਤੀ ਧਰਮੀਆਂ ਦੇ ਕਹੇ ਦੇ ਮੁਤਾਬਕ ਹੀ ਆਪਣਾ ਜੀਵਨ ਢਾਲਣਾ ਸ਼ੁਰੂ ਕਰ ਦਿੱਤਾ। ਹੁਣ ਗੱਲ ਨੂੰ ਨਾਲ ਲੈ ਕੇ ਮੈਂ ਤੁਰਾਂ, ਜਿਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬੜੀ ਕਮਾਲ ਦੀ ਇਹ ਗੱਲ ਕਰਦੇ ਨੇ। ਕਹਿੰਦੇ ਨੇ ਇੱਕ ਲੋਕਾਂ ਦੇ ਵਿੱਚ ਵਹਿਮ ਬਣ ਗਿਆ, ਜਿਵੇਂ ਸਾਨੂੰ ਲੰਮੇ ਟਾਈਮ ਤੋਂ ਸਾਖੀਆਂ ਸੁਣਾਈਆਂ ਜਾਂਦੀਆਂ ਰਹੀਆਂ ਕਿ ਧਰਤੀ ਨੂੰ ਇੱਕ ਬੌਲਦ ਨੇ ਆਪਣੇ ਸਿੰਗਾਂ ਦੇ ਉੱਤੇ ਚੁੱਕਿਆ ਹੋਇਆ ਹੈ, ਤੇ ਉਸ ਬੌਲਦ ਦਾ ਸਿੰਗ ਜਦੋਂ ਥੱਕ ਜਾਂਦਾ ਹੈ ਤੇ ਦੂਸਰੇ ਸਿੰਗ ਦੇ ਉੱਤੇ ਜਦੋਂ ਉਹ ਧਰਤੀ ਨੂੰ ਰੱਖਦਾ ਹੈ ਤਾਂ ਭੁਚਾਲ ਆਉਂਦਾ ਹੈ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਗੱਲਾਂ ਦਾ ਬਿਲਕੁਲ ਹੀ ਖਾਤਮਾ ਕੀਤਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਨਿਰਮੂਲ ਗੱਲ ਹੈ, ਇਹ ਬਿਲਕੁਲ ਜਿਹੜੀ ਹੈ ਇਹ ਕਾਲਪਨਿਕ ਗੱਲ ਹੈ। ਕੁਝ ਚੀਜ਼ਾਂ ਕਾਲਪਨਿਕ ਨੇ ਜਿਹੜੀਆਂ ਸਾਡੇ ਵਿੱਚ ਪ੍ਰਚਾਰੀਆਂ ਗਈਆਂ, ਜਿਨ੍ਹਾਂ ਨੂੰ ਧਰਮ ਦਾ ਰੂਪ ਦਿੱਤਾ ਗਿਆ। ਜਿਵੇਂ ਕਿਹਾ ਜਾਂਦਾ ਹੈ ਕਿ ਹਨੂਮਾਨ ਨੇ ਸੂਰਜ ਨੂੰ ਫਲ ਸਮਝ ਕੇ ਆਪਣੇ ਮੂੰਹ ਦੇ ਵਿੱਚ ਪਾ ਲਿਆ ਸੀ। ਇਹ ਨਿਰਮੂਲ ਗੱਲ ਹੈ, ਨਿਰਮੂਲ, ਜਿਹੜੀ ਕਿ ਉਹਨਾਂ ਦੇ ਉੱਤੇ ਲਗਾਈ ਗਈ ਕਿ ਉਹ ਇੱਕ ਤਲੀ ਦੇ ਉੱਤੇ ਪਹਾੜ ਚੁੱਕ ਕੇ ਲੈ ਕੇ ਆ ਗਏ ਸਨ। ਹੁਣ ਕਈ ਲੋਕ ਇੱਥੇ ਇਹ ਸਵਾਲ ਖੜਾ ਕਰ ਸਕਦੇ ਹੈ ਕਿ ਇੰਨੀ ਸ਼ਕਤੀ, ਇੰਨੀ ਤਾਕਤ ਦਾ ਮਾਲਕ ਇੱਕ ਇਨਸਾਨ ਜਿਹੜਾ ਪਹਾੜ ਚੁੱਕ ਕੇ ਲੈ ਕੇ ਆ ਸਕਦਾ ਹੈ,
ਉਹਦੇ ਲਈ ਫਿਰ ਬਾਕੀ ਸੈਨਾ ਨੂੰ ਚੁੱਕ ਕੇ ਤੇ ਰਾਵਣ ਦੀ ਲੰਕਾ ਦੇ ਵਿੱਚ ਲੈ ਕੇ ਜਾਣਾ ਕਿੰਨਾ ਕੁ ਔਖਾ ਸੀ। ਤੇ ਫਿਰ ਉਹ ਜਿਹੜਾ ਰਾਮ ਸੇਤ ਹੈ ਉਹ ਤਿਆਰ ਕਿਉਂ ਕਰਵਾਇਆ ਗਿਆ, ਪੁਲ ਕਿਉਂ ਤਿਆਰ ਕਰਵਾਇਆ ਗਿਆ। ਪਰ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਸਾਡੇ 'ਚ ਪ੍ਰਚਾਰ ਦਿੱਤੀਆਂ ਗਈਆਂ ਕਿ ਇੰਦਰ ਦੇਵਤਾ ਉੱਤੇ ਬੈਠਾ ਹੈ ਤੇ ਉਹ ਸਵਰਗ ਦੇ ਵਿੱਚ ਹੈ ਤੇ ਉੱਤੇ ਕੋਈ ਸਵਰਗ ਹੈ, ਮਹਿਲ ਬਣੇ ਹੋਏ ਨੇ ਤੇ ਉੱਥੇ ਦੇਵਤਿਆਂ ਅਤੇ ਰਾਖਸ਼ਾਂ ਦੀ ਲੜਾਈ ਹੁੰਦੀ ਰਹਿੰਦੀ ਹੈ। ਕੁਝ ਚੀਜ਼ਾਂ ਸਾਡੇ ਵਿੱਚ ਇਦਾਂ ਦੀਆਂ ਪ੍ਰਚਾਰੀਆਂ ਗਈਆਂ ਔਰ ਅਸੀਂ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਵੀ ਕਰ ਲਿਆ, ਐਕਸੈਪਟ ਵੀ ਕਰ ਲਿਆ, ਮੰਨ ਵੀ ਲਿਆ, ਜਦ ਕਿ ਉਹ ਬਿਲਕੁਲ ਗਲਤ ਸਨ। ਹੁਣ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ, ਕਹਿੰਦੇ ਨੇ ਅਸਲ ਦੇ ਵਿੱਚ ਚੱਕਿਆ ਤਾਂ ਇਸ ਧਰਤੀ ਨੂੰ ਇੱਕ ਧੌਲ ਨਹੀਂ ਹੈ, ਪਰ ਉਹ ਧੌਲ ਭਾਵ ਉਹ ਬਲਦ ਪਤਾ ਕੀ ਹੈ, ਧਰਮ, ਜਿਹੜਾ ਦਇਆ ਕਾ ਪੂਤ, ਜਿਹੜਾ ਦਇਆ ਦਾ ਪੁੱਤਰ ਹੈ। ਯਾਦ ਰੱਖਿਓ, ਜਦੋਂ ਤੱਕ ਸਾਡੇ ਜੀਵਨ ਵਿੱਚ ਦਇਆ ਨਹੀਂ ਉਦੋਂ ਤੱਕ ਅਸੀਂ ਸੱਚੇ ਧਰਮੀ ਨਹੀਂ ਬਣ ਸਕਦੇ। ਸੱਚਾ ਧਰਮੀ ਉਹੀ ਹੈ ਜਿਹਦੇ ਅੰਦਰ ਦਇਆ ਹੈ। ਜੇ ਅਸੀਂ ਅੱਜ ਵੱਖ-ਵੱਖ ਜਾਤਾਂ ਦੇ ਆਧਾਰ ਉੱਤੇ ਗੁਰਦੁਆਰੇ ਸਥਾਪਿਤ ਕਰ ਲਏ ਨੇ ਤੇ ਅਸੀਂ ਕਹਿੰਦੇ ਆ ਜੱਟਾਂ ਦਾ ਗੁਰਦੁਆਰਾ ਤੇ ਇਹਦੇ ਵਿੱਚ ਕੋਈ ਮਜ਼੍ਹਬੀ ਸਿੰਘ ਨਹੀਂ ਜਾ ਸਕਦਾ ਤੇ ਅਸੀਂ ਗੁਰੂ ਨਾਨਕ ਦੀ ਸੋਚ ਤੋਂ ਦੂਰ ਹੋ ਗਏ ਆ, ਸਾਡੇ 'ਚ ਦਇਆ ਨਹੀਂ ਰਹੀ। ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਸਾਰੇ ਐਸੇ ਸਾਧਾਂ ਦੇ ਡੇਰੇ ਬਣ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਇਹ ਵਿਤਕਰਾ ਤੱਕ ਵੀ ਕੀਤਾ ਜਾਂਦਾ ਹੈ। ਆਹ ਜ਼ਮੀਨਦਾਰਾਂ ਦੇ ਭਾਂਡੇ ਨੇ, ਆਹ ਦੂਜਿਆਂ ਦੇ ਭਾਂਡੇ ਹੈ ਤੇ ਸ਼ਾਇਦ ਪੰਗਤਾਂ ਵੀ ਵੱਖ-ਵੱਖ ਉਹਨਾਂ ਦੇ ਵਿੱਚ ਲਗਾਈਆਂ ਜਾਂਦੀਆਂ ਨੇ। ਇਸੇ ਵਜ੍ਹਾ ਕਾਰਨ ਕਿਉਂਕਿ ਜਾਤ ਪਾਤ ਦਾ ਇੱਕ ਜਿਹੜਾ ਚੱਕਰ ਹੈ ਉਹ ਸਾਡੇ ਵਿੱਚ ਆ ਗਿਆ। ਗੁਰੂ ਨਾਨਕ ਸਾਹਿਬ ਨੇ ਦੂਰ ਕੀਤਾ ਸੀ, ਅਸੀਂ ਉਸ ਜਾਤ ਪਾਤ ਦੇ ਚੱਕਰ ਨੂੰ ਦੁਬਾਰਾ ਵਿੱਚ ਲੈ ਆਏ ਹਾਂ। ਪਰ ਇੱਕ ਗੱਲ ਯਾਦ ਰੱਖਿਓ, ਜਿਹੜਾ ਗੁਰੂ ਨਾਨਕ ਦਾ ਸਿੱਖ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦੀ ਸੋਚ ਦਾ ਧਾਰਨੀ ਹੈ, ਉਹ ਕਦੇ ਵੀ ਇਹਨਾਂ ਵਹਿਮਾਂ ਦੇ ਵਿੱਚ ਨਹੀਂ ਪੈਂਦਾ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਨੇ, ਧਿਆਨ ਨਾਲ ਸੁਣਿਓ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਧਰਮ ਰੂਪ ਬੌਲਦ ਨੇ ਇਸ ਸਾਰੀ ਧਰਤੀ ਨੂੰ ਆਪਣੇ ਉੱਤੇ ਚੁੱਕਿਆ ਹੋਇਆ ਹੈ ਤੇ ਉਹ ਧਰਮ ਦਇਆ ਦਾ ਪੁੱਤਰ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਫਿਰ ਉਸੇ ਹੀ ਧਰਮ ਨੇ ਸੰਤੋਖ ਨੂੰ ਜਨਮ ਦਿੱਤਾ ਜਿਸ ਨੇ ਸਾਰੀ ਪ੍ਰਿਥਵੀ ਨੂੰ, ਸਾਰੇ ਬ੍ਰਹਿਮੰਡ ਨੂੰ ਆਪਣੇ ਧਾਗੇ ਦੇ ਵਿੱਚ ਪਰੋਇਆ ਹੋਇਆ ਹੈ। ਕਿਉਂਕਿ ਜੀਵਨ ਵਿੱਚ ਸੰਤੋਖ ਬਹੁਤ ਜ਼ਰੂਰੀ ਹੈ। ਯਾਦ ਰੱਖਿਓ ਗੁਰੂ ਨਾਨਕ ਸਾਹਿਬ ਦੀ ਇਸ ਗੱਲ ਨੂੰ, ਜੇ ਜੀਵਨ ਵਿੱਚ ਦਇਆ ਨਹੀਂ ਅਸੀਂ ਸੱਚੇ ਧਰਮੀ ਨਹੀਂ ਬਣ ਸਕਦੇ। ਜੇ ਜੀਵਨ ਵਿੱਚ ਦਇਆ ਨਹੀਂ ਅਸੀਂ ਰੱਬ ਨੂੰ ਪ੍ਰਾਪਤ ਨਹੀਂ ਕਰ ਸਕਦੇ। ਤੇ ਦਇਆ ਦੀ ਗੱਲ ਤੋਂ ਮੈਨੂੰ ਯਾਦ ਆ ਗਈ, ਗੁਰੂ ਨਾਨਕ ਸਾਹਿਬ ਨੇ ਸ਼ੁਰੂਆਤ ਹੀ ਇਸ ਗੱਲ ਤੋਂ ਕੀਤੀ। ਦੇਖੋ ਗੁਰੂ ਨਾਨਕ ਸਾਹਿਬ ਜਿਸ ਟਾਈਮ ਜਗਨਨਾਥਪੁਰੀ ਜਾਂਦੇ ਨੇ, ਸੱਚੇ ਪਾਤਸ਼ਾਹ ਇੱਕ ਬਹੁਤ ਵੱਡੇ ਧਾਰਮਿਕ ਬੰਦੇ ਦਾ ਵਹਿਮ ਦੂਰ ਕਰਨਾ ਚਾਹੁੰਦੇ ਨੇ ਤੇ ਸਤਿਗੁਰੂ ਜੀ ਕੀ ਕਹਿੰਦੇ ਨੇ, ਭਾਈ ਮਰਦਾਨੇ ਨੂੰ, ਮਰਦਾਨੇ ਆ ਸਾਹਮਣੇ ਇੱਕ ਪੰਡਤ ਹੈ, ਜਾ ਉਹਦੇ ਕੋਲ ਅੱਗ ਲੈ ਕੇ ਆ। ਹੁਣ ਭਾਈ ਸਾਹਿਬ ਭਾਈ ਮਰਦਾਨਾ ਜੀ ਉਸ ਪੰਡਤ ਦੇ ਕੋਲ ਜਾਂਦੇ ਨੇ ਤੇ ਪੰਡਤ ਦਾ ਇੱਕ ਸੁਭਾਅ ਸੀ, ਉਹਨੇ ਕੀ ਕੀਤਾ ਹੁੰਦਾ ਸੀ ਕਿ ਸਭ ਤੋਂ ਪਹਿਲਾਂ ਨਹਾ ਧੋ ਕੇ, ਗਾਂ ਦਾ ਪੋਚਾ ਫੇਰ ਕੇ, ਲੱਕੜਾਂ ਨੂੰ ਧੋ ਕੇ, ਚੁੱਲ੍ਹੇ ਚੌਂਕੇ ਨੂੰ ਐ ਬਿਲਕੁਲ ਸੁੱਚਾ ਕਰਕੇ ਤੇ ਫਿਰ ਇੱਕ ਲਕੀਰ ਖਿੱਚ ਲੈਂਦਾ ਸੀ। ਉਹਦੇ ਵਿੱਚ ਲਕੀਰ ਦੇ ਵਿਚਕਾਰ ਬਹਿ ਕੇ ਤੇ ਫਿਰ ਆਪਣਾ ਭੋਜਨ ਲੰਗਰ ਤਿਆਰ ਕਰਿਆ ਕਰਦਾ ਹੁੰਦਾ ਸੀ। ਤੇ ਲਕੀਰ ਖਿੱਚਣ ਦਾ ਕੇਵਲ ਇਹ ਮਤਲਬ ਸੀ ਕਿ ਕੋਈ ਨੀਵੀਂ ਜਾਤ ਵਾਲੇ ਬੰਦੇ ਦਾ ਜਿਹੜਾ ਪਰਛਾਵਾਂ ਨਾ ਉਹ ਮੇਰੇ ਲੰਗਰ ਦੇ ਉੱਤੇ ਨਾ ਪੈ ਜਾਵੇ, ਮੇਰੇ ਚੌਂਕੇ ਤੇ ਨਾ ਪੈ ਜਾਵੇ, ਨਹੀਂ ਤੇ ਮੈਂ ਪਿੱਟਿਆ ਜਾਵਾਂਗਾ। ਭਾਈ ਸਾਹਿਬ ਭਾਈ ਮਰਦਾਨਾ ਜੀ ਜਿਸ ਟਾਈਮ ਜਾਂਦੇ ਨੇ ਤੇ ਜਾ ਕੇ ਉਸ ਪੰਡਤ ਨੂੰ ਕਹਿੰਦੇ ਨੇ ਵੀ ਪੰਡਤ ਜੀ ਥੋੜ੍ਹੀ ਜਿਹੀ ਅੱਗ ਚਾਹੀਦੀ ਹੈ, ਦੇ ਸਕਦੇ ਹੋ। ਉਹਨੇ ਜਦੋਂ ਭਾਈ ਮਰਦਾਨੇ ਵੱਲ ਵੇਖਿਆ ਕਿ ਨੀਵੀਂ ਜਾਤ ਵਾਲੇ ਬੰਦੇ ਦਾ ਪਰਛਾਵਾਂ ਮੇਰੇ ਤੇ ਚੌਲੇ ਆਪਣਾ ਮੇਰੇ ਉੱਤੇ ਅਤੇ ਮੇਰੇ ਚੁੱਲ੍ਹੇ ਚੌਂਕੇ ਉੱਤੇ ਪੈ ਗਿਆ ਤਾਂ ਗੁੱਸੇ ਵਿੱਚ ਆ ਗਿਆ ਉਹ, ਤੇ ਉਹਨੇ ਅੱਗ ਦੇਣ ਦੀ ਬਜਾਏ ਚੋ ਫੜਿਆ ਤੇ ਭਾਈ ਮਰਦਾਨਾ ਸਾਹਿਬ ਨੂੰ ਗਾਲਾਂ ਕੱਢਦਾ ਕੱਢਦਾ ਭਾਈ ਮਰਦਾਨੇ ਦੇ ਪਿੱਛੇ ਦੌੜਨ ਲੱਗ ਪਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਪੰਡਤ ਨੂੰ ਰੋਕਿਆ ਤੇ ਪੁੱਛਿਆ ਵੀ ਕਾਰਨ ਕੀ ਹੈ, ਕੀ ਗੱਲ ਹੋਈ ਵੀ ਇੰਨੀਆਂ ਗਾਲਾਂ ਕੱਢਦੇ ਹੋ, ਅੱਗ ਬਬੂਲਾ ਹੋਏ ਹੋ। ਤੇ ਉਹਨੇ ਅੱਗੋਂ ਜਵਾਬ ਦਿੱਤਾ ਕਿ ਇਸ ਬੰਦੇ ਦਾ ਨੀਵੀਂ ਜਾਤ ਵਾਲੇ ਦਾ ਪਰਛਾਵਾਂ ਮੇਰੇ ਚੁੱਲ੍ਹੇ ਉੱਤੇ ਪਿਆ ਹੈ, ਜਿਸ ਕਰਕੇ ਮੇਰਾ ਚੁੱਲ੍ਹਾ ਭਿੱਟਿਆ ਗਿਆ ਹੈ ਤੇ ਇਹਦੇ ਕਰਕੇ ਮੇਰਾ ਧਰਮ ਕਰਮ ਜਿਹੜਾ ਨਸ਼ਟ ਹੋ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਓਏ ਮਨਮੁਖਾ, ਤੂੰ ਰੱਬ ਨੂੰ ਕੀ ਪਾਏਗਾ, ਤੂੰ ਰੱਬ ਨੂੰ ਕੀ ਖੁਸ਼ ਕਰੇਗਾ ਜਿਹੜਾ ਇਨਸਾਨ ਰੱਬ ਦੇ ਬਣਾਏ ਹੋਏ ਜੀਵਾਂ ਉੱਤੇ ਦਇਆ ਨਹੀਂ ਕਰਦਾ, ਜਿਹੜਾ ਇਨਸਾਨ ਰੱਬ ਦੇ ਬਣਾਏ ਹੋਏ ਲੋਕਾਂ ਉੱਤੇ ਦਇਆ ਨਹੀਂ ਕਰਦਾ। ਮਾਤਾ ਪਿਤਾ ਸਾਡਾ ਪਰਮਾਤਮਾ, ਅਸੀਂ ਸਾਰੇ ਉਹਦੀਆਂ ਔਲਾਦਾਂ, ਜਿਹੜਾ ਉਹਦੀ ਔਲਾਦ ਦੇ ਬਾਰੇ ਇੰਨੀ ਘਿਰਨਾ ਆਪਣੇ ਮਨ ਵਿੱਚ ਰੱਖਦਾ ਹੈ ਉਹ ਰੱਬ ਨੂੰ ਕਦੇ ਨਹੀਂ ਪਾ ਸਕਦਾ, ਰੱਬ ਨੂੰ ਕਦੇ ਖੁਸ਼ ਨਹੀਂ ਕਰ ਸਕਦਾ।
ਤੇ ਸਤਿਗੁਰੂ ਨੇ ਉੱਥੇ ਕਿਹਾ ਸੀ, ਕਬੁੱਧ ਡੂਮਣੀ ਕੁਦਇਆ ਕਸਾਇਨ ਪਰ ਨਿੰਦਾ ਘਟ ਚੂੜੀ, ਮੁੱਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀਆ, ਜਾਂ ਚਾਰੇ ਬੈਠੀਆਂ ਨਾਲ ਤੂੰ ਬਾਹਰ ਜਾਤ ਪਾਤ ਦਾ ਚੱਕਰ ਪਾਈ ਬੈਠਾ ਹੈ। ਤੇਰੇ ਆਪਣੇ ਔਗਣ ਹੀ ਸਭ ਤੋਂ ਵੱਡੇ ਨੀਵੀਂ ਜਾਤ ਵਾਲੇ ਲੋਕ ਤੇਰੇ ਅੰਦਰ ਬੈਠੇ ਨੇ। ਔਗਣ ਹੀ ਨੀਵੀਂ ਜਾਤ ਵਾਲੇ ਨੇ। ਪਹਿਲਾਂ ਆਪਣੇ ਔਗਣਾਂ ਨੂੰ, ਆਪਣੀ ਗੰਦਗੀ ਨੂੰ ਦੂਰ ਕਰ ਤੇ ਰੱਬ ਦੇ ਬਣਾਏ ਹੋਏ ਇਨਸਾਨਾਂ ਨਾਲ ਪਿਆਰ ਕਰ, ਤਾਂ ਰੱਬ ਦੀ ਖੁਸ਼ੀ ਲੈ ਸਕੇਗਾ। ਉਹਨੇ ਹੱਥ ਜੋੜ ਕੇ ਮਾਫੀ ਮੰਗੀ ਤੇ ਸਤਿਗੁਰੂ ਨੇ ਕਿਹਾ ਸੀ, ਪਹਿਲਾਂ ਦਇਆ ਪੈਦਾ ਕਰ, ਧਰਮ ਤਦ ਆਏਗਾ। ਇਹ ਸਾਨੂੰ ਸਿੱਖਣਾ ਪੈਣਾ। ਜਿਹੜੇ ਲੋਕ ਅੱਜ ਵਿਤਕਰਾ ਕਰਦੇ ਫਿਰਦੇ ਨੇ, ਕਈ ਵਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਨਾਂ ਲੋਕਾਂ ਦੇ ਘਰਾਂ ਵਿੱਚ ਨਹੀਂ ਜਾਣ ਦਿੱਤੇ ਜਾਂਦੇ। ਨੀਵੀਂ ਜਾਤ ਵਾਲਾ ਹੈ, ਬਹੁਤ ਗੱਲਾਂ ਆਈਆਂ ਨੇ ਸਾਹਮਣੇ, ਤੇ ਨੀਵੀਂ ਜਾਤ ਵਾਲਾ ਬੰਦਾ ਗੁਰਦੁਆਰੇ 'ਚ ਨਹੀਂ ਆ ਸਕਦਾ। ਬਹੁਤ ਗੱਲਾਂ ਆਈਆਂ ਨੇ, ਮਸਲੇ ਆਏ ਨੇ ਸਾਹਮਣੇ। ਆਓ ਇਹਨਾਂ ਚੀਜ਼ਾਂ ਨੂੰ ਦੂਰ ਕਰੀਏ। ਜੇ ਜੀਵਨ ਵਿੱਚ ਦਇਆ ਤੇ ਆਪਾਂ ਧਰਮੀ ਬਣ ਸਕਦੇ ਹਾਂ। ਸਤਿਗੁਰੂ ਨੇ ਅੱਗੇ ਕੀ ਕਿਹਾ ਜੀ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੇ ਉੱਪਰ ਕੀਤਾ ਭਾਰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਆਹ ਜਿਹੜੀ ਮੈਂ ਗੱਲ ਦੱਸੀ ਹੈ, ਜੇਕਰ ਕੋਈ ਇਨਸਾਨ ਇਸ ਗੱਲ ਨੂੰ ਸਮਝ ਲਏ ਤਾਂ ਉਹ ਇਸ ਯੋਗ ਹੋ ਸਕਦਾ ਹੈ ਕਿ ਉਹਦੇ ਜੀਵਨ ਵਿੱਚ ਪਰਮਾਤਮਾ ਆਪਣੇ ਗਿਆਨ ਦਾ ਪ੍ਰਕਾਸ਼ ਕਰ ਦੇ। ਹੁਣ ਗੁਰੂ ਨਾਨਕ ਸਾਹਿਬ ਜੀ ਉਸ ਵਹਿਮ ਦੀ ਗੱਲ ਕਰਦੇ ਨੇ, ਕਹਿੰਦੇ ਨੇ, ਪੰਡਤੋ ਤੁਸੀਂ ਕਹਿੰਦੇ ਹੋ ਕਿ ਧਰਤੀ ਨੂੰ ਬੌਲਦ ਨੇ ਆਪਣੇ ਸਿੰਘਾਂ 'ਤੇ ਚੱਕਿਆ, ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜਿਸ ਬੌਲਦ ਨੇ ਧਰਤੀ ਨੂੰ ਸਿੰਘਾਂ 'ਤੇ ਚੱਕਿਆ, ਉਸ ਬੌਲਦ ਨੂੰ ਕਿਹੜੀ ਧਰਤੀ ਨੇ ਚੱਕਿਆ? ਤੇ ਜਿਸ ਧਰਤੀ ਨੇ ਬੌਲਦ ਨੂੰ ਚੱਕਿਆ, ਅਗਾਂਹ ਉਸ ਧਰਤੀ ਨੂੰ ਕਿਹੜੇ ਬੌਲਦ ਨੇ ਚੱਕਿਆ? ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਸਭ ਤੋਂ ਅਖੀਰਲਾ ਬੌਲਦ ਕਿਹੜੀ ਧਰਤੀ ਤੇ ਖੜਾ ਹੈ, ਤੇ ਉਸ ਧਰਤੀ ਨੂੰ ਕਿਹੜੇ ਬੰਦੇ ਨੇ ਚੱਕਿਆ, ਕਿਹੜੇ ਬੌਲਦ ਨੇ ਚੱਕਿਆ? ਸਤਿਗੁਰੂ ਨੇ ਕਿਹਾ, ਇਹ ਕਿੱਥੇ ਜਾ ਕੇ ਕਹਾਣੀ ਖਤਮ ਕਰੋਗੇ? ਇਹ ਵਹਿਮ ਹੈ। ਵਹਿਮਾਂ ਵਿੱਚੋਂ ਲੋਕਾਂ ਨੂੰ ਕੱਢੋ, ਰੱਬ ਨਾਲ ਜੋੜੋ। ਹੁਣ ਸਤਿਗੁਰੂ ਨੇ ਗੱਲ ਕਹੀ ਤੇ ਸਾਡੇ ਲਈ ਵੀ ਜ਼ਰੂਰੀ ਹੈ ਕਿ ਆਪਾਂ ਇਹਨਾਂ ਵਹਿਮਾਂ ਨੂੰ ਛੱਡੀਏ, ਆਪਣੇ ਜੀਵਨ ਵਿੱਚੋਂ ਕੱਢੀਏ, ਨਹੀਂ ਤਾਂ ਸਾਡਾ ਪਾਰ ਉਤਾਰਾ ਨਹੀਂ ਜੇ ਹੋਣਾ। ਸਤਿਗੁਰੂ ਕਹਿੰਦੇ ਨੇ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੇ ਉੱਪਰ ਕੀਤਾ ਭਾਰ। ਉਹ ਜਿਹੜਾ ਸਭ ਤੋਂ ਆਖਰੀ ਧੌਲ ਹੈ, ਬੌਲਦ ਹੈ, ਉਹਦੇ ਉੱਤੇ ਕਿੰਨਾ ਭਾਰ ਹੈ? ਤੇ ਨਾਲ ਦੀ ਨਾਲ ਸਤਿਗੁਰੂ ਕਹਿੰਦੇ, ਉਹਦਾ ਭਾਰ ਕਿੰਨੇ ਚੱਕਿਆ ਹੋਇਆ? ਇਹ ਜਵਾਬ ਦਿਓ। ਪਰ ਕਿਸੇ ਕੋਲ ਇਸ ਤਰਕ ਦਾ ਜਵਾਬ ਨਹੀਂ, ਕਿਉਂਕਿ ਸਭ ਝੂਠ ਹੈ ਜਿਹੜਾ ਸਾਡੇ ਵਿੱਚ ਲਗਾਤਾਰ ਫੈਲਾਇਆ ਜਾ ਰਿਹਾ। ਧਰਤੀ ਹੋਰ ਪਰੈ ਹੋਰ, ਇਹ ਮਾਮਲਾ ਚੱਲੀ ਜਾਣਾ। ਧਰਤੀ ਨੂੰ ਬੌਲਦ ਚੱਕਿਆ, ਬੌਲਦ ਨੇ ਧਰਤੀ ਚੱਕੀ ਹੈ, ਧਰਤੀ ਨੂੰ ਬੌਲਦ ਨੇ ਚੱਕਿਆ, ਬੌਲਦ ਨੇ ਧਰਤੀ, ਇਹ ਚੱਲੀ ਜਾਣਾ। ਸਤਿਗੁਰੂ ਨੇ ਕਿਹਾ ਵੀ ਇਹਦਾ ਅੰਤ ਕੋਈ ਨਹੀਂ, ਝੂਠ ਹੈ, ਝੂਠ ਦੇ ਪੈਰ ਨਹੀਂ ਹੁੰਦੇ ਨੇ। ਆਓ ਸੱਚ ਨਾਲ ਜੁੜੀਏ। ਮਾਲਕ ਜੀ ਕਹਿੰਦੇ ਨੇ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾਂ ਕੇ ਨਾਮ, ਸਭਨਾ ਲਿਖਿਆ ਵੁੜੀ ਕਲਾਮ। ਮਹਾਰਾਜ ਕਹਿੰਦੇ, ਰੱਬ ਦੀ ਕੁਦਰਤ ਦਾ ਕੋਈ ਇਨਸਾਨ ਅੰਦਾਜ਼ਾ ਨਹੀਂ ਲਗਾ ਸਕਦਾ। ਇਹਦੀ ਕੁਦਰਤ ਵਿੱਚ ਕਈ ਤਰ੍ਹਾਂ ਦੇ ਜੀਵ ਜੰਤ, ਕਈ ਨਾਵਾਂ ਦੇ, ਕਈ ਜਾਤਾਂ ਦੇ ਪੈਦਾ ਹੋਏ ਨੇ। ਭਾਵੇਂ ਸਾਰੇ ਲਗਾਤਾਰ ਜ਼ੋਰ ਲਗਾ ਕੇ ਥੱਕ ਜਾਣ, ਰੱਬ ਦੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਨੇ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਰੱਬ ਦੀ ਕੁਦਰਤ ਦਾ ਲੇਖਾ ਕੋਈ ਨਹੀਂ ਜੇ ਪਾ ਸਕਦਾ। ਰੱਬ ਤਾਂ ਬਹੁਤ ਦੂਰ ਦੀ ਗੱਲ। ਜੇਕਰ ਕੋਈ ਲੇਖਾ ਲਿਖਣ ਦੀ ਕੋਸ਼ਿਸ਼ ਵੀ ਕਰੇ ਤਾਂ ਮੈਨੂੰ ਦੱਸ ਸਕਦੇ ਹੋ ਕਿ ਉਹ ਲੇਖਾ ਕਿੱਡਾ ਵੱਡਾ ਹੋਏਗਾ? ਲੇਖੇ ਮੁੱਕ ਜਾਣਗੇ ਉਹਦੀ ਕੁਦਰਤ ਨੂੰ, ਤੇ ਉਹਨੂੰ ਸਮਝਣਾ ਬਹੁਤ ਦੂਰ ਦੀ ਗੱਲ ਹੈ। ਮਾਲਕ ਜੀ ਕਹਿੰਦੇ ਨੇ, ਆਓ ਅਰਦਾਸ ਕਰੀਏ। ਕੇਤਾ ਤਾਣ ਸਵਾਲਿਆਂ ਰੂਪ, ਹੈ ਵਾਹਿਗੁਰੂ ਤੂੰ ਬਹੁਤ ਬਲਵਾਨ ਹੈ, ਤੂੰ ਬਹੁਤ ਸੁੰਦਰ ਹੈ। ਕਿਰਪਾ ਕਰ ਸਾਨੂੰ ਆਪਣੇ ਪਾਵਨ ਚਰਨਾਂ ਵਿੱਚ ਜਗ੍ਹਾ ਦੇ। ਕੇਤੀ ਦਾਤ ਜਾਣੈ ਕੌਣ ਕੂਤ, ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਤੇਰੀਆਂ ਦਾਤਾਂ ਦਾ। ਅਸੀਂ ਐਵੇਂ ਹੀ ਛਾਲਾਂ ਮਾਰਦੇ ਰਹਿੰਦੇ ਹਾਂ ਮਾਲਕਾ, ਪਰ ਤੈਨੂੰ ਸਮਝਣਾ ਸਾਡੇ ਔਕਾਤ ਤੋਂ ਬਾਹਰ ਹੈ। ਕੀਤਾ ਪਸਾਓ ਏਕੋ ਕੁਵਾਓ, ਉਸ ਵਾਹਿਗੁਰੂ ਨੇ ਇੱਕ ਹੁਕਮ ਨਾਲ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਤਿਸ ਤੇ ਹੋਏ ਲੱਖ ਦਰਿਆਓ, ਉਹਦੇ ਇੱਕ ਹੁਕਮ ਨਾਲ ਜ਼ਿੰਦਗੀ ਦੇ ਲੱਖਾਂ ਦਰਿਆ ਚੱਲ ਪਏ ਨੇ। ਕੁਦਰਤ ਕਵਣ ਮੇਰੇ 'ਚ ਇੰਨੀ ਕਿੱਥੇ ਹਿੰਮਤ ਤਾਕਤ, ਕਹਾਂ ਵਿਚਾਰ ਕੁਦਰਤ ਕਵਣ, ਕਹਾਂ ਵਿਚਾਰ ਕਿ ਮੈਂ ਉਹਦੀ ਵਿਚਾਰ ਕਰ ਸਕਾਂ। ਮੇਰੇ 'ਚ ਇੰਨੀ ਪਾਵਰ ਨਹੀਂ। ਵਾਰਿਆ ਨਾ ਜਾਵਾਂ ਇੱਕ ਵਾਰ, ਮੇਰੇ 'ਚ ਇੰਨੀ ਸ਼ਕਤੀ ਨਹੀਂ ਕਿ ਮੈਂ ਉਹਨੂੰ ਸਮਝ ਸਕਾਂ। ਮੈਂ ਤਾਂ ਇਸ ਯੋਗ ਵੀ ਨਹੀਂ ਕਿ ਉਹਦੇ ਤੋਂ ਸਦਕੇ ਜਾ ਸਕਾਂ ਇੱਕ ਵਾਰ। ਬਸ ਇਹੀ ਅਰਦਾਸ ਕਰਾਂਗਾ, ਜੋ ਤੁਧ ਭਾਵੈ, ਜੋ ਤੈਨੂੰ ਚੰਗਾ ਲੱਗਦਾ ਨਾ ਵਾਹਿਗੁਰੂ, ਸਾਈ ਭਲੀ ਕਾਰ ਉਹੀ ਕੰਮ ਚੰਗਾ ਹੈ। ਤੂੰ ਸਦਾ ਸਲਾਮਤ ਨਿਰੰਕਾਰ ਹੈ ਵਾਹਿਗੁਰੂ, ਤੂੰ ਹਮੇਸ਼ਾ ਰਹਿਣ ਵਾਲਾ ਹੈ। ਸਾਡੇ ਵਰਗੇ ਲੱਖਾਂ ਲੋਕ ਰੋਜ਼ਾਨਾ ਆਉਂਦੇ ਨੇ, ਲੱਖਾਂ ਚਲੇ ਜਾਂਦੇ ਨੇ। ਆਓ ਉਸੇ ਹੀ ਗੁਰੂ ਨਾਨਕ ਸਾਹਿਬ ਦਾ ਧੰਨਵਾਦ ਕਰੀਏ, ਜਿਸ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹੋ ਜਿਹੇ ਵਹਿਮਾਂ ਭਰਮਾਂ ਚੋਂ ਬਾਹਰ ਕੱਢਿਆ ਤੇ ਸਾਨੂੰ ਜ਼ਿੰਦਗੀ ਦੀ ਸੂਝ ਦਿੱਤੀ, ਤੇ ਸਹੀ ਮਾਇਨੇ ਦੇ ਵਿੱਚ ਅਸੀਂ ਸਿੱਖ ਬਣਨ ਦੇ ਯੋਗ ਹੋਏ। ਆਓ ਪਿਆਰਿਓ, ਜਪਜੀ ਸਾਹਿਬ ਦੇ ਇਹਨਾਂ ਬਚਨਾਂ ਨਾਲ
ਆਪਣਾ ਜੀਵਨ ਬਦਲਣ ਦੀ ਕੋਸ਼ਿਸ਼ ਕਰੀਏ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।